बिस्मिल्लाहिर्रहमानिर्रहीम अस्सलाम वालेकुम जी। मेरा नाम है आयशा। तो मैं ਅੱਜ ਦੀ ਰੈਸਪੀ ਤੁਹਾਡੇ ਲਈ ਲੈ ਕੇ ਆਈ ਹਾਂ ਸੂਜੀ ਦਾ ਹਲਵਾ। ਅੱਛਾ, ਤੁਸੀਂ ਦੇਖ ਰਹੇ ਹੋ ਕਿ ਸੂਜੀ ਮੈਂ ਤਕਰੀਬਨ 1 ਕੱਪ ਲਈ ਹੈ ਤੇ ਉਹਨੂੰ ਮੈਂ ਅੱਛੀ ਤਰ੍ਹਾਂ ਸਾਫ਼ ਕਰ ਲਿਆ ਵਾ, ਸਟੇਨਰ ਦੇ ਨਾਲ ਸਾਫ਼ ਕਰ ਲਿਆ, ਛਲਣੀ ਦੇ ਨਾਲ ਯਾਨੀ ਕਿ ਛਾਨਣੀ ਦੇ ਨਾਲ ਛਾਨ ਲਿਆ ਵਾ ਤੇ 1 ਕੱਪ ਹੀ ਮੈਂ ਇਹਦੇ ਵਿੱਚ ਚੀਨੀ ਪਾ ਲਈ। ਕਿਉਂਕਿ ਅੱਜ ਕੱਲ੍ਹ ਦੀ ਚੀਨੀ ਬਹੁਤ ਬਾਰੀਕ ਆ ਰਹੀ ਹੈ ਤੇ ਉਹਦੇ ਵਿੱਚ ਇੰਨਾ ਟੇਸਟ ਹੁੰਦਾ ਨਹੀਂ। ਤੇ ਉਹਦੇ ਨਾਲ ਅਸੀਂ ਲੈ ਲਿਆ ਆਲਮੰਡ ਯਾਨੀ ਕਿ ਬਦਾਮ ਦੇ ਨਾਲ ਸੌਗੀ ਤੇ ਕਿਸ਼ਮਿਸ਼। ਅੱਛਾ ਜੀ, ਆਉਂਦੇ ਆ ਰੈਸਪੀ ਦੀ ਤਰਫ। ਸਾਰਿਆਂ ਨਾਲੋਂ ਪਹਿਲਾਂ ਮੈਂ ਚੁੱਲ੍ਹੇ ਦੇ ਉੱਪਰ ਰੱਖ ਦਿੱਤੀ ਆ ਕੜਾਹੀ ਤੇ ਕੜਾਹੀ ਦੇ ਵਿੱਚ ਪਾ ਲਿਆ ਤਕਰੀਬਨ ਪੌਣਾ ਕੁ ਕੱਪ ਦੇਸੀ ਘੀ। ਇੱਥੇ ਵੀ ਤੁਹਾਡੀ ਚੋਇਸ ਹੈ, ਜੇ ਤੁਸੀਂ ਦੇਸੀ ਘੀ ਨਹੀਂ ਹੈਗਾ ਤਾਂ ਡਾਲਡਾ ਘੀ ਵੀ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਆਇਲ ਵੀ ਇਸਤੇਮਾਲ ਕਰ ਸਕਦੇ ਹਾਂ, ਕੁਕਿੰਗ ਆਇਲ, ਸਰਸੋਂ ਦਾ ਨਹੀਂ। ਅੱਛਾ ਜੀ, ਇਸ ਤੋਂ ਬਾਅਦ ਅਸੀਂ ਆਇਲ ਨੂੰ ਮੈਲਟ ਕਰ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਛਾਨੀ ਹੋਈ ਜਿਹੜੀ ਇਹ ਸੂਜੀ ਸਾਡੇ ਕੋਲ ਅਵੇਲੇਬਲ ਸੀ ਉਹਦੇ ਵਿੱਚ ਪਾ ਲਾਂਗੇ ਤੇ ਆਂਚ ਤੁਸੀਂ ਦੇਖ ਲਿਓ ਮੈਂ ਬਿਲਕੁਲ ਲੋ ਲਈ ਆ ਤੇ ਇਹਨੂੰ ਹਲਕੀ ਆਂਚ ਤੇ ਅਸੀਂ ਭੂਨ ਲਵਾਂਗੇ। ਅੱਛਾ ਜੀ, ਨਾਲ-ਨਾਲ ਅਸੀਂ ਗੱਲ ਕਰ ਲਵਾਂਗੇ ਕਿ ਇਹ ਸੂਜੀ ਦੇ ਬੈਨੀਫਿਟਸ ਦੇ ਬਾਰੇ 'ਚ, ਇਹਦੇ ਕੀ-ਕੀ ਫ਼ਾਇਦੇ ਆ। ਇਹਦੇ ਵਿੱਚ ਫਾਈਬਰ, ਨਿਸ਼ਾਸਤਾ, ਪ੍ਰੋਟੀਨ ਹਰ ਚੀਜ਼ ਅਵੇਲੇਬਲ ਹੁੰਦੀ ਹੈ ਕਿਉਂਕਿ ਗੰਦਮ 'ਚੋਂ ਬਣਾਈ ਜਾਂਦੀ ਹੈ। ਤੇ ਸੂਜੀ ਵੀ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ, ਮੋਟੀ ਵੀ ਹੁੰਦੀ ਤਾਂ ਬਾਰੀਕ ਵੀ ਹੁੰਦੀ ਆ। ਵੈਸੇ ਸੂਜੀ ਦਾ ਹਲਵਾ ਜਿਹੜਾ ਸਾਰਿਆਂ ਨਾਲੋਂ ਬੈਸਟ ਬਣਦਾ ਉਸ ਤਰ੍ਹਾਂ ਬਾਰੀਕ ਸੂਜੀ ਦਾ ਅੱਛਾ, ਅਸੀਂ ਸੂਜੀ ਦਾ ਹਲਵਾ ਚੀਨੀ ਜਿੱਥੇ ਚੀਨੀ ਪਾਣੀ ਉਹਦੀ ਜਗ੍ਹਾ 'ਤੇ ਅਸੀਂ ਗੁੜ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਤੇ ਗੁੜ ਦੀ ਕੰਸਿਸਟੈਂਸੀ ਵੀ ਓਨੀ ਹੀ ਰੱਖਣੀ ਹੈ ਜਿੰਨੀ ਕਿ ਉਹਦੀ ਆਪਣੀ ਦੀ ਸੂਜੀ ਦੀ ਹੋਵੇ। ਅੱਛਾ ਜੀ, ਹੁਣ ਅਸੀਂ ਸ਼ੀਰਾ ਬਣਾਉਣ ਵਾਸਤੇ ਜਿੰਨਾ ਸੂਜੀ ਮੈਂ 1 ਕੱਪ ਲਈ ਸੀ ਤੇ 2 ਕੱਪ ਤੱਕ ਮੈਂ ਇਹਦੇ ਵਿੱਚ ਪਾ ਲਊਂਗੀ ਪਾਣੀ ਦੇ ਤੇ ਉਹਨਾਂ ਨੂੰ ਹਲਕਾ ਜਿਹਾ ਗਰਮ ਕਰ ਲਊਂਗੀ। ਅੱਛਾ ਜੀ, ਨਾਲ-ਨਾਲ ਮੈਂ ਸੂਜੀ ਵੀ ਹਿਲਾਈ ਜਾ ਰਹੀ ਹਾਂ ਤਾਂ ਕਿ ਨੀਚੇ ਨਾ ਲੱਗ ਜਾਏ। ਫਲੇਮ ਮੈਂ ਬਹੁਤ ਜ਼ਿਆਦਾ ਲੋ ਕੀਤਾ ਹੋਇਆ ਵਾ। ਇਹਨੂੰ ਬਿਲਕੁਲ ਵੀ ਧੀਮੀ ਆਂਚ 'ਤੇ ਬਣਾਉਣਾ ਵਾ ਤੇ ਇਹਨੂੰ ਬਿਲਕੁਲ ਦਰਮਿਆਨੀ ਆਂਚ ਨਹੀਂ ਕਰਨੀ ਹੈਗੀ। ਧੀਮੀ ਆਂਚ 'ਤੇ ਹੀ ਬਣਾਉਣਾ ਵਾ ਤੇ ਨਾਲ-ਨਾਲ ਇਹਨੂੰ ਹਿਲਾਈ ਜਾਣਾ ਵਾ। ਜਿੰਨੀ ਹਲਕੀ ਆਂਚ 'ਤੇ ਤੁਸੀਂ ਸੂਜੀ ਦੀ ਬਣਾਈ ਕਰੋਗੇ ਓਨਾ ਹੀ ਅੱਛਾ ਤੇ ਦਾਣੇਦਾਰ ਹਲਵਾ ਬਣੇਗਾ। ਹਾਲੇ ਤੁਸੀਂ ਦੇਖ ਰਹੇ ਹੋ ਕਿ ਮੈਂ ਨਾਲ ਸ਼ੀਰਾ ਬਣਾਉਣ ਵਾਸਤੇ ਵੀ ਰੱਖ ਦਿੱਤਾ। 1 ਕੱਪ ਜਿਹੜਾ ਮੈਂ ਮਈਅਰ ਕਰਕੇ ਚੀਨੀ ਲਈ ਸੀ ਉਹਦੇ ਵਿੱਚ ਮੈਂ ਪਾ ਦਿੱਤਾ ਵਾ ਤੇ ਚੀਨੀ ਨੂੰ ਮੈਲਟ ਕਰ ਲਵਾਂਗੀ ਤੇ ਫਲੇਮ ਇਹਦਾ ਵੀ ਤਕਰੀਬਨ ਦਰਮਿਆਨੀ ਆਂਚ ਹੀ ਰੱਖਣੀ ਹੈ। ਤੇ ਇਹ ਤੁਸੀਂ ਦੇਖ ਰਹੇ ਹੋ ਕਿ ਚੀਨੀ ਮੈਲਟ ਹੋ ਰਹੀ ਹੈ, ਡਿਜ਼ੋਲਵ ਹੋ ਰਹੀ ਹੈ ਪਾਣੀ ਦੇ ਵਿੱਚ, ਯਾਨੀ ਕਿ ਪਿਘਲ ਰਹੀ ਆ। ਚਮਚਾ ਹਿਲਾਉਣ ਦਾ ਮਕਸਦ ਇਹ ਹੈ ਕਿ ਨੀਚੇ ਨਾ ਲੱਗ ਜਾਵੇ। ਤੇ ਆ ਦੂਸਰੀ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਕਿ ਤਕਰੀਬਨ ਆਹਿਸਤਾ-ਆਹਿਸਤਾ ਬਰਾਊਨ ਹੋ ਰਿਹਾ ਵਾ ਮੇਰਾ ਹਲਵਾ ਸੂਜੀ। ਤੇ ਮੈਂ ਨਾਲ-ਨਾਲ ਚਮਚ ਬਰਾਬਰ ਹਿਲਾਈ ਜਾ ਰਹੀ ਹਾਂ ਕਿਉਂਕਿ ਜਿੱਥੇ ਵੀ ਰੁਕੇ ਨਹੀਂ ਤਾਂ ਉੱਥੇ ਬਿਲਕੁਲ ਥੋੜ੍ਹਾ-ਥੋੜ੍ਹਾ ਲੱਗਣਾ, ਯਾਨੀ ਕਿ ਉੱਥੋਂ ਸੂਜੀ ਬਰਾਊਨ ਹੋਣਾ ਸਟਾਰਟ ਹੋ ਜਾਣੀ ਹੈ ਤੇ ਬਾਕੀ ਵਾਈਟ ਰਹਿ ਜਾਣੀ ਹੈ ਤੇ ਇਹਨੂੰ ਬਿਲਕੁਲ ਇਕੁਅਲ ਹੀ ਬਰਾਊਨ ਕਰਨਾ ਤੇ ਇਸ ਲਈ ਨਾਲ-ਨਾਲ ਚਮਚ ਹਿਲਾਉਂਦੇ ਰਹਿਣਾ ਵਾ ਤਾਂ ਕਿ ਕੋਈ ਗੁਠਲੀ ਵਗੈਰਾ ਵੀ ਨਾ ਬਣੇ। ਵੈਸੇ ਵੀ ਘੀ 'ਚ ਬਰਾਊਨ ਕਰਦੇ ਹੋਏ ਗੁਠਲੀ ਤਾਂ ਨਹੀਂ ਬਣਦੀ, ਲੇਕਿਨ ਇੱਕ ਉਹ ਜਿਹੜੀਆਂ ਛੋਟੇ-ਛੋਟੇ ਜ਼ਰੇ ਜਿਹੇ ਬਰਾਊਨ ਗੋਲਡਨ ਬਰਾਊਨ ਹੋ ਜਾਂਦੇ ਆ, ਉਹ ਹੋਣਾ ਸਟਾਰਟ ਹੋ ਜਾਂਦੇ। ਤੇ ਆ ਤੁਸੀਂ ਦੇਖ ਰਹੇ ਹੋ ਕਿ ਮੇਰੀ ਚੀਨੀ ਤਕਰੀਬਨ ਡਿਜ਼ੋਲਵ ਹੋ ਗਈ ਹੈ, ਹੱਲ ਹੋ ਗਈ ਆ। ਤੇ ਹੁਣ ਮੈਂ ਇੱਥੇ ਪਾ ਦਿੱਤੀ ਆ 2 ਇਲਾਇਚੀਆਂ ਖੋਲ੍ਹ ਕੇ ਤੇ ਉਹਨਾਂ ਦੇ ਦਾਣੇ ਤੇ ਆ ਥੋੜ੍ਹਾ ਜਿਹਾ ਜਿਹੜਾ ਵਾ ਜ਼ਰਦਾ ਰੰਗ, ਇਹ ਕਲਰ ਵਾਸਤੇ ਬਿਲਕੁਲ ਥੋੜ੍ਹਾ ਜਿਹਾ ਮਾਈਨਰ ਜਿਹਾ ਪਾਇਆ ਵਾ, 1 ਚੁਟਕੀ ਦੇ ਬਰਾਬਰ, ਬਹੁਤ ਜ਼ਿਆਦਾ ਨਹੀਂ ਪਾਇਆ। ਤੇ ਤੁਸੀਂ ਨੀਚੇ ਫਲੇਮ ਦੇਖ ਰਹੇ ਹੋ ਕਿ ਬਿਲਕੁਲ ਥੋੜ੍ਹਾ ਹੈ ਮੇਰਾ ਲੋ ਫਲੇਮ 'ਤੇ ਮੈਂ ਸੂਜੀ ਦੀ ਬਣਾਈ ਕਰ ਰਹੀ ਹਾਂ ਤੇ ਹਲਕੀ-ਹਲਕੀ ਬਰਾਊਨ ਹੋਣੀ ਸ਼ੁਰੂ ਹੋ ਗਈ ਆ। ਤੇ ਦੂਸਰੀ ਸਾਈਡ 'ਤੇ ਮੇਰਾ ਜਿਹੜਾ ਸ਼ੀਰਾ ਵਾ ਉਹਨੂੰ ਵੀ ਜੋਸ਼ ਆਉਣ ਲੱਗ ਗਿਆ ਵਾ, ਬਬਲ ਬਣਨੇ ਸਟਾਰਟ ਹੋ ਗਏ ਆ ਤੇ ਨਾਲ-ਨਾਲ ਮੈਂ ਇੱਕ ਸਾਈਡ 'ਤੇ ਸੂਜੀ ਨੂੰ ਵੀ ਹਿਲਾਈ ਜਾ ਰਹੀ ਹਾਂ ਤੇ ਆਹਿਸਤਾ-ਆਹਿਸਤਾ ਸੂਜੀ ਨੇ ਘੀ ਛੱਡਣਾ ਸ਼ੁਰੂ ਕਰ ਦਿੱਤਾ, ਤੁਸੀਂ ਦੇਖ ਰਹੇ ਹੋ। ਸੂਜੀ ਜਿੰਨੀ ਹੀ ਹਲਕੀ ਆਂਚ 'ਤੇ ਭੁੰਨੀ ਜਾਏਗੀ ਓਨੀ ਹੀ ਅੱਛੀ ਬਣੇਗੀ। ਤੇ ਇਹਨੂੰ ਉਹਦੇ ਚਮਚ ਵੀ ਹਿਲਾਈ ਜਾਣਾ ਨਾਲ-ਨਾਲ। ਅੱਛਾ, ਸੂਜੀ ਦੇ ਹੋਰ ਵੀ ਬਹੁਤ ਜ਼ਿਆਦਾ ਫ਼ਾਇਦੇ ਆ, ਬੱਚਿਆਂ ਵਾਸਤੇ ਵੀ ਬਹੁਤ ਅੱਛੀ ਹੈ। ਜਿਹੜੇ ਛੋਟੇ ਨੌਮੌਲੂਦ ਬੱਚੇ ਹੁੰਦੇ ਆ ਇਹਨਾਂ ਨੂੰ ਤੁਸੀਂ ਬਗੈਰ ਘੀ ਤੋਂ ਸੂਜੀ ਨੂੰ ਹਲਕਾ ਜਿਹਾ ਫਰਾਈ ਕਰਕੇ ਤੇ ਦੁੱਧ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਦੇ ਸਕਦੇ ਹੋ। ਤਕਰੀਬਨ 6 ਮੰਥ ਤੋਂ ਲੈ ਕੇ 1 ਸਾਲ ਦੇ ਬੱਚੇ ਤੱਕ ਇਹ ਬਹੁਤ ਅੱਛੀ ਤੇ ਜੂਦ ਹਜ਼ਮ ਗਜ਼ਾਵਤ ਹੈ। ਨਾਲ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸ਼ੀਰੇ ਵਾਸਤੇ ਮੈਂ ਪਾਣੀ ਰੱਖਿਆ ਸੀ ਉਹਨੂੰ ਵੀ ਬੋਇਲ ਆਉਣਾ ਸਟਾਰਟ ਹੋ ਗਿਆ ਵਾ ਤੇ ਦੂਸਰੀ ਸਾਈਡ 'ਤੇ ਜਿਹੜੀ ਮੇਰੀ ਸੂਜੀ ਆ ਉਹਦਾ ਵੀ ਕਲਰ ਗੋਲਡਨ ਜਿਹਾ ਹੋਣਾ ਸਟਾਰਟ ਹੋ ਗਿਆ। ਅੱਛਾ, ਤੁਸੀਂ ਦੇਖ ਰਹੇ ਹੋ ਕਿ ਮੇਰਾ ਜਿਹੜੀ ਸੂਜੀ ਆ ਤਕਰੀਬਨ ਆਲਮੋਸਟ ਜਿਹੜਾ ਮੈਨੂੰ ਕਲਰ ਲਿਆਉਣਾ ਸੀ ਉਹ ਹੋ ਚੁੱਕਿਆ ਵਾ, ਯਾਨੀ ਕਿ ਭੁੰਨ ਚੁੱਕੀ ਹੈ, ਹਲਕਾ ਗੋਲਡਨ ਬਦਾਮੀ ਕਲਰ ਇਹਦਾ ਆ ਚੁੱਕਿਆ ਵਾ। ਤੇ ਹੁਣ ਇਸ ਜਗ੍ਹਾ 'ਤੇ ਆ ਕੇ ਮੈਂ ਇਹਦੇ ਵਿੱਚ ਪਾ ਦੇਣੀ ਹੈ ਸ਼ੀਰਾ। ਤੇ ਮੈਂ ਸੂਜੀ ਦਾ ਫਲੇਮ ਪਹਿਲੇ ਆਫ ਕਰ ਲਿਆ ਸੀ ਤਾਂ ਕਿ ਉਹਦੇ ਛਿੱਟੇ ਮੇਰੇ ਉੱਪਰ ਨਾ ਪੈ ਜਾਣ। ਤੇ ਤੁਸੀਂ ਦੇਖੋ ਹਾਲੇ ਵੀ ਅੱਗ ਦਾ ਆਂਚ ਜਿਹੜੀ ਆ ਬਿਲਕੁਲ ਓਨੀ ਹੀ ਹੈ, ਮੈਂ ਉਹਨੂੰ ਬਿਲਕੁਲ ਵੀ ਤੇਜ਼ ਨਹੀਂ ਕੀਤਾ। ਤੇ ਇਸ ਪੁਆਇੰਟ 'ਤੇ ਵੀ ਆ ਕੇ ਤਕਰੀਬਨ ਮੈਂ ਚਮਚ ਹਿਲਾਈ ਜਾਣਾ ਵਾ ਤਾਂ ਕਿ ਕੋਈ ਨੀਚੇ ਕੋਈ ਬਬਲ ਨਾ ਬਣ ਜਾਏ ਜਾਂ ਕੋਈ ਗੁਟਲੀ ਵਗੈਰਾ ਨਾ ਬਣ ਜਾਏ, ਕਿਉਂਕਿ ਮੈਂ ਪਾਣੀ ਪਾ ਦਿੱਤਾ ਵਾ ਤੇ ਚਮਚ ਨੂੰ ਅਸੀਂ ਬਰਾਬਰ ਹਿਲਾਈ ਹੀ ਜਾਣਾ ਵਾ।
ਤੁਸੀਂ ਦੇਖ ਰਹੇ ਹੋ ਕਿ ਪਾਣੀ ਖੁਸ਼ਕ ਹੋ ਰਿਹਾ ਵਾ ਅਤੇ ਮੈਂ ਇਹਨੂੰ ਇੰਨੀ ਦੇਰ ਬਣਾਉਣਾ ਵਾ ਜਦੋਂ ਤੱਕ ਕਿ ਜਿਹੜਾ ਹਲਵਾ ਵਾ ਜਾਂ ਜਿਹੜੀ ਸੂਜੀ ਆ ਸਾਡੀ ਉਹ ਕੜਾਹੀ ਨੂੰ ਨਾ ਛੱਡ ਜਾਵੇ ਅਤੇ ਗੋਸ਼ਤ ਕਹਿ ਰਹੀ ਸੀ ਘੀ ਉੱਪਰ ਨਾ ਆ ਜਾਏ। ਚਮਚ ਨਾਲ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਕੋਈ ਗੁਠਲੀ ਵਗੈਰਾ ਨਾ ਬਣ ਜਾਏ। ਤੁਸੀਂ ਦੇਖ ਰਹੇ ਹੋ ਕਿ ਤਕਰੀਬਨ ਜਿਹੜੀ ਹਲਵਾ ਸੂਜੀ ਉਹਨੇ ਕੜਾਹੀ ਨੂੰ ਛੱਡ ਦਿੱਤਾ। ਜਿੱਦਾਂ ਜਿੱਦਾਂ ਮੈਂ ਚਮਚ ਦੇ ਨਾਲ ਹਿਲਾਈ ਜਾ ਰਹੀ ਹਾਂ, ਨਾਲ ਨਾਲ ਸੂਜੀ ਵੀ ਵੈਸੇ ਵੈਸੇ ਹਿੱਲੀ ਜਾ ਰਿਹਾ। ਹਲਵਾ ਜਿਹੜਾ ਬਣ ਚੁੱਕਿਆ, ਬਿਲਕੁਲ ਵੀ ਕੜਾਹੀ ਦੇ ਨਾਲ ਚਿਪਕ ਨਹੀਂ ਰਿਹਾ। ਬਿਲਕੁਲ ਦਾਣੇਦਾਰ ਜਿਹਾ ਹਲਵਾ ਬਣ ਕੇ ਤਿਆਰ ਹੋਇਆ ਵਾ। ਅਤੇ ਹੁਣ ਗਾਰਨਿਸ਼ ਲਈ ਮੈਂ ਪਾ ਦੇ ਵਿੱਚ ਬਦਾਮ ਅਤੇ ਹੁਣ ਨਾਲ ਪਾ ਦਿੱਤੀ ਹੈ ਸੌਗੀ। ਅਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੀ। ਤਾਂ ਤੁਸੀਂ ਦੇਖ ਰਹੇ ਹੋ ਬਹੁਤ ਅੱਛਾ ਜਿਹਾ ਖੂਬਸੂਰਤ ਜਿਹਾ, ਬਿਲਕੁਲ ਵੀ ਇਹਦਾ ਜ਼ਰਦਾ ਕਲਰ ਉੱਪਰ ਨੁਮਾਇਆ ਨਹੀਂ ਹੋ ਰਿਹਾ ਅਤੇ ਬਿਲਕੁਲ ਨੈਚੁਰਲ ਕਲਰ ਲੱਗ ਰਿਹਾ ਅਤੇ ਦਾਣੇਦਾਰ ਜਿਹਾ ਹਲਵਾ ਬਣ ਕੇ ਤਿਆਰ ਹੋ ਚੁੱਕਿਆ। ਦੇਖੋ ਜ਼ੂਮ ਕਰਕੇ ਵੀ ਦਿਖਾ ਦਿੱਤਾ ਅਤੇ ਦਾਣੇ ਵੀ ਨਜ਼ਰ ਆ ਰਹੇ। ਅਤੇ ਤਕਰੀਬਨ ਐਂਡ 'ਤੇ ਮੈਂ ਸਿਰਫ 1 ਮਿੰਟ ਦਾ ਦਮ ਰੱਖ ਦੂੰਗੀ। ਅੱਗ ਬਿਲਕੁਲ ਬੰਦ ਕਰ ਦਿੱਤੀ ਹੈ, ਸਿਰਫ ਦਮ ਲਈ ਰੱਖਿਆ। ਅਤੇ ਤੁਸੀਂ ਦੇਖ ਲਓ ਕਿ ਖਿਲਿਆ ਜਿਹਾ ਸੂਜੀ। ਅੱਛਾ ਜੀ, ਆਹ ਵਾ ਹਲਵੇ ਦੀ ਫਾਈਨਲ ਲੁੱਕ। ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ, ਨਾਲੇ ਸਬਸਕ੍ਰਾਈਬ ਵੀ ਕਰ ਦਿਓ। ਓਕੇ ਜੀ, ਅੱਲਾ ਹਾਫਿਜ਼।